ਬੀਜੇਪੀ ਦੀ ਸਰਕਾਰ ਦੇ ਉੱਪਰੋਂ ਲੋਕਾਂ ਦਾ ਵਿਸ਼ਵਾਸ ਉੱਠ ਚੁੱਕਿਆ ਹੈ। ਯਾਨੀ 6-7 ਮਹੀਨਿਆਂ ਦੇ ਵਿੱਚ ਬੀਜੇਪੀ ਕਿਸਾਨਾਂ ਦਾ ਸੋਲੂਸ਼ਨ ਹੀ ਨਹੀਂ ਕੱਢ ਸਕੀ। ਆਪਾਂ ਕਹਿੰਦੇ ਹੁੰਦੇ ਆ ਬੀਜੇਪੀ ਨੇ ਜਿੱਤਣਾ ਨਹੀਂ, ਪਰ ਰਿਜ਼ਲਟ ਜਦੋਂ ਆਉਂਦਾ ਉਹੀ ਹੁੰਦਾ ਬੀਜੇਪੀ ਜਿੱਤ ਗਈ ਜੀ। बिहार की हेराफेरी की है जब ये जीत गया है नहीं कौन दिया, कोई किसी ने वोट नहीं दी बिहार के। ये किसके कारण है? मोदी के कारण ही हुई महंगाई। जो रोजगार वाले बंदे बेले बैठे हैं। ਜਿਹਦਾ ਤੋਤੇ ਦੇ ਵਿੱਚ ਜਾਨ ਫਸੀ ਸੀ ਨਾ, ਉਹਦੇ ਈਵੀਐਮ ਮਸ਼ੀਨ 'ਚ ਬੀਜੇਪੀ ਦੀ ਜਾਨ ਫਸੀ ਹੈ। ਤੇ ਮੇਰੇ ਹਿਸਾਬ ਨਾਲ ਤਾਂ ਬੀਜੇਪੀ ਰਹੂਗੀ। ਬੀਜੇਪੀ ਜਿੱਤੇਗੀ ਬੰਗਾਲ 'ਚ। ਹਾਂਜੀ, ਇਹ ਤੁਹਾਨੂੰ ਕਿਉਂ ਲੱਗਦਾ? ਜਿਸ ਹਿਸਾਬ ਨਾਲ ਕਹਿਣ ਦਾ ਮਤਲਬ ਕੰਮਕਾਰ ਹੈ ਨਹੀਂ ਜਾਂ ਕਿੱਦਾਂ, ਕੋਈ ਨਾ ਕੋਈ ਦੇਸ਼ ਸੁਧਾਰਨ ਵਾਸਤੇ ਕੋਈ ਨਾ ਕੋਈ ਆਉਣਾ ਚਾਹੀਦਾ ਹੈ। ਜਿਹੜੀ ਵੀ ਪਾਰਟੀ ਆਈ ਹੈ ਵੈ ਮੈਨੂੰ ਤਾਂ ਕਈ ਚਾਹਨਾ ਹੈਗਾ ਵੀ ਬੀਜੇਪੀ ਦੇ ਵੱਲ ਕੁਛ ਉਹਦੀਆਂ ਸਹੀ ਹੈਗੀਆਂ, ਸਹੂਲਤਾਂ ਸਹੀ ਹੈਗੀਆਂ ਨੇ। ਕਿਹੜੀਆਂ ਸਹੂਲਤਾਂ ਤੁਹਾਨੂੰ ਮਿਲ ਰਹੀਆਂ ਜੋ ਤੁਹਾਨੂੰ ਵਧੀਆ ਲੱਗਦੀਆਂ? ਵੀ ਇੱਥੇ ਨਹੀਂ ਕਹਿ ਰਿਹਾ, ਮੈਂ ਉੱਥੋਂ ਦੀ ਗੱਲ ਕਰ ਰਿਹਾ। ਇੱਥੇ ਤੇ ਕੁਝ ਵੀ नहीं है। बीजेपी जीतेगी। मोदी ने कितना कुछ किया है, गरीबों के लिए किया। उसने क्या किया, वो तो क्या कहते हैं, राम का नाम भी नहीं लेने देती। ये आपको बीजेपी सरकार ने, आप इतने खुश हो? तो हमें तो कुछ नहीं, लेकिन मन की खुशी होती है भी चलो गरीबों का तो कर ही रही है ना बीजेपी, हमारा तो नहीं कर रही, लेकिन बीजेपी गरीबों का तो बहुत कुछ किया है ना, कि खुशी होगी। मोदी आएगा तो मन की तो खुशी होगी, खुशी हमें तो बहुत खुशी होगी मोदी आएगा तो। सारी इंडिया में काम कर रही है बीजेपी। अब 70 क्या सहूलतें दी आप? सहूलतें बस यही सब कुछ हम लोगों को भी दिया है। जैसे जैसे किसान सम्मान योजना दिया है, उज्ज्वला। बट किसान तो दिल्ली के बॉर्डर पे बैठे, उनका तो समाधान ही नहीं। किसान तो ऑल इंडिया में बैठे हैं। अभी कुछ लोग बैठे हैं, उनसे क्या, कुछ लोग बैठे हैं। ਕੀ ਤੁਸੀਂ ਸਾਰੇ ਜਾਣਦੇ ਹੀ ਹੋ ਜੀ, ਨੋਟਬੰਦੀ ਤੋਂ ਲੈ ਕੇ ਹੁਣ ਤੱਕ ਕਿਹੜਾ ਚਾਹੀਦਾ ਕੰਮ ਕੀਤਾ ਜੀ। ਗਰੀਬ ਮਾਰ ਕੀਤੀ ਹੈ, ਗਰੀਬੀ ਮਿਟਾਤੀ ਹੈਗੀ ਹੈ। ਗਰੀਬੀ ਨਹੀਂ ਮਿਟਾ ਰਿਹਾ, ਗਰੀਬ ਮਿਟਾ ਰਿਹਾ ਜੀ ਇਸ ਟਾਈਮ। ਸਨੂਰ ਤਵਨ ਬੰਗਾਲ ਵਿੱਚ ਚੋਣਾਂ ਦਾ ਸਮਾਂ ਹੈ ਤੇ ਕਿਸਾਨ ਆਗੂ ਬੰਗਾਲ ਵਿੱਚ ਇਸ ਵਕਤ ਮੌਜੂਦ ਨੇ, ਉਧਰ ਪਹੁੰਚੇ ਹੋਏ ਨੇ ਲੋਕਾਂ ਨੂੰ ਅਪੀਲ ਕਰਨ ਲਈ ਕਿ ਕਿਸੇ ਵੀ ਪਾਰਟੀ ਲਈ ਵੋਟ ਕਰੋ ਪਰ ਬੀਜੇਪੀ ਲਈ ਵੋਟ ਨਾ ਕਰੋ। ਤੇ ਇਸ ਸਿਲਸਿਲੇ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਕੀ ਕਹਿਣਾ ਹੈ, ਉਹ ਕੀ ਸੋਚਦੇ ਨੇ ਕਿ ਬੰਗਾਲ ਵਿੱਚ ਹੁਣ ਮਮਤਾ ਬੈਨਰਜੀ ਜਿੱਤੇਗੀ ਜਾਂ ਬੀਜੇਪੀ ਦੀ ਸਰਕਾਰ ਆਏਗੀ? ਇਸ ਸਿਲਸਿਲੇ ਦੇ ਵਿੱਚ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ। ਦੁਕਾਨਦਾਰਾਂ ਦੇ ਨਾਲ ਗੱਲ ਕਰਦੇ ਆ। ਸਰ, ਤੁਹਾਨੂੰ ਕੀ ਲੱਗਦਾ ਹੈ ਕਿ ਬੰਗਾਲ ਵਿੱਚ ਕੌਣ ਜਿੱਤੇਗਾ, ਬੀਜੇਪੀ ਦੀ ਸਰਕਾਰ ਆਏਗੀ ਜਾਂ ਮਮਤਾ ਬੈਨਰਜੀ? ਮੈਡਮ, ਬੰਗਾਲ ਦੇ ਵਿੱਚ ਮੈਂ ਪਿੱਛੇ ਨਿਊਜ਼ ਸੁਣਦਾ ਪਿਆ ਜੀ, 10 ਸਾਲਾਂ ਦੇ ਵਿੱਚ ਜੋ ਕੰਮ ਮਮਤਾ ਬੈਨਰਜੀ ਨੇ ਕੀਤਾ ਉਹ ਸ਼ਾਇਦ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ। ਬੰਗਾਲ ਅਸੀਂ ਗਏ ਤੇ ਹੈ ਨਹੀਂ, ਪਰ ਜੋ ਅਸੀਂ ਨਿਊਜ਼ ਸੁਣਦੇ ਪਏ ਹਾਂ ਉਹਦੇ ਵਿੱਚ ਇਹੀ ਆ ਰਿਹਾ ਕਿ ਮਮਤਾ ਬੈਨਰਜੀ ਨੇ ਬਹੁਤ ਕੰਮ ਕੀਤੇ ਨੇ ਇੱਥੇ। ਇਸ ਕਰਕੇ ਮਮਤਾ ਬੈਨਰਜੀ ਦੀ ਹੀ ਸਰਕਾਰ ਦੁਬਾਰਾ ਆਉਣੀ ਚਾਹੀਦੀ ਹੈ। ਅਤੇ ਬੀਜੇਪੀ ਦੀ ਸਰਕਾਰ ਦੇ ਉੱਪਰੋਂ ਲੋਕਾਂ ਦਾ ਵਿਸ਼ਵਾਸ ਉੱਠ ਚੁੱਕਿਆ ਹੈ ਕਿ ਜਿਸ ਹਿਸਾਬ 'ਤੇ ਤੁਸੀਂ ਵੇਖਿਆ ਨਾ, ਕਿਸਾਨ ਬਾਰਡਰਾਂ 'ਤੇ ਬੈਠੇ ਨੇ ਹਜੇ ਤੱਕ 3 ਮਹੀਨੇ ਉੱਥੇ ਬੈਠੇ ਹੋ ਗਏ ਨੇ, 3 ਮਹੀਨੇ ਇੱਥੇ ਇਹਨਾਂ ਨੂੰ ਲੱਗ ਗਏ ਨੇ। ਯਾਨੀ 6-7 ਮਹੀਨਿਆਂ ਦੇ ਵਿੱਚ ਬੀਜੇਪੀ ਕਿਸਾਨਾਂ ਦਾ ਸੋਲੂਸ਼ਨ ਹੀ ਨਹੀਂ ਕੱਢ ਸਕੀ। ਅਤੇ ਉਹ ਸਰਕਾਰ ਕਿਸ ਕੰਮ ਦੀ ਹੈ? ਸਟੇਟ ਵਿੱਚ ਮਾਰੇਗੀ ਬੀਜੇਪੀ ਬਾਜ਼ੀ ਜਦੋਂ ਚੋਣਾਂ ਆਉਣਗੀਆਂ? ਤੁਹਾਨੂੰ ਲੱਗਦਾ ਹੈ ਕਿ ਕਿਤੇ ਵੀ ਲੋਕੀ ਬੀਜੇਪੀ ਨੂੰ ਹੁਣ ਸਿਲੈਕਟ ਕਰਨਗੇ, ਸਰਕਾਰ ਬਣਾਉਣਗੇ ਬੀਜੇਪੀ ਦੀ? ਨਹੀਂ ਮੈਡਮ, ਨਹੀਂ। ਬੀਜੇਪੀ ਦੇ ਲਈ ਪਬਲਿਕ ਦੇ ਵਿੱਚ ਆਕਰੋਸ਼ ਹੀ ਬਹੁਤ ਹੈ, ਕਿਉਂਕਿ ਤੁਸੀਂ ਕਿਸੇ ਵੀ ਬੰਦੇ ਨੂੰ ਪੁੱਛ ਕੇ ਦੇਖ ਲਓ, ਇੱਕੋ ਹੀ ਗੱਲ ਕਹਿ ਰਹੀ ਹੈ ਕਿ ਯਾਰ ਜਿਹੜੀ ਸਰਕਾਰ 7 ਮਹੀਨਿਆਂ ਤੋਂ ਕਿਸਾਨਾਂ ਦਾ ਹੱਲ ਨਹੀਂ ਕਰ ਸਕਦੀ, ਉਹ ਦੇਸ਼ ਚਲਾਉਣ ਦੇ ਲਾਇਕ ਹੈਗੀ ਹੈ? ਇਹ ਦੱਸੋ। ਤੁਸੀਂ ਵੇਖੋ, ਜਦੋਂ ਆਪਾਂ ਸਿਲੰਡਰ ਦੀ ਗੱਲ ਲਗਾ ਲੈਂਦੇ ਹਾਂ, ਜਦੋਂ ਕਾਂਗਰਸ ਦੀ ਸਰਕਾਰ ਸੀ ਪਿੱਛੇ, ਸਿਲੰਡਰ 350-400 ਰੁਪਏ ਸੀਗਾ। ਉਦੋਂ ਥਾਲੀਆਂ ਖੜਕਾਈਆਂ ਸੀ ਬੀਜੇਪੀ ਵਾਲਿਆਂ ਨੇ ਕਿ ਕਿੰਨੀ ਮਹਿੰਗਾਈ ਕਰਤੀ, ਕਿੰਨੀ ਮਹਿੰਗਾਈ ਕਰਤੀ ਹੈ, ਆਮ ਬੰਦੇ ਦੇ ਵੱਸ ਤੋਂ ਬਾਹਰ ਹੋ ਗਿਆ ਰੋਟੀ ਖਾਣਾ ਵੀ। ਹੁਣ ਅੱਜ ਉਹੀ ਸਿਲੰਡਰ 850 ਰੁਪਏ ਦਾ, ਅੱਜ ਉਹ ਕਿੱਥੇ ਗਏ? ਉਦੋਂ ਪੈਟਰੋਲ ਸ਼ਾਇਦ ਮੇਰਾ ਖਿਆਲ ਜਿਸ ਤੱਕ 70-71 ਰੁਪਏ ਸੀਗਾ, ਉਦੋਂ ਇਹਨਾਂ ਨੇ ਥਾਲੀਆਂ ਖੜਕਾਈਆਂ ਸੀਗੀਆਂ। ਅੱਜ 92 ਰੁਪਏ ਪਲੱਸ ਪੈਟਰੋਲ ਜਾ ਰਿਹਾ ਹੈ। ਅੱਜ ਇਹਨਾਂ ਦੀ ਥਾਲੀਆਂ ਕਿੱਥੇ ਗਈਆਂ? ਹੁਣ ਕਿਉਂ ਨਹੀਂ ਖੜਕਾ ਰਹੇ? ਪੁਰਾਣੀਆਂ ਸਰਕਾਰਾਂ ਕਰਕੇ ਹੀ ਸਾਨੂੰ ਮਹਿੰਗਾਈ ਕਰਨੀ ਪੈ ਰਹੀ ਹੈ। ਪੁਰਾਣੀਆਂ ਸਰਕਾਰਾਂ ਨੇ ਇੰਪੋਰਟ ਡਿਪੈਂਡੈਂਸੀ ਤੇ ਧਿਆਨ ਨਹੀਂ ਦਿੱਤਾ, ਤਾਂ ਕਰਕੇ ਸਾਨੂੰ ਹੁਣ ਇਹ ਮਹਿੰਗਾਈ ਕਰਨੀ ਪੈ ਰਹੀ ਹੈ, ਕੀਮਤਾਂ ਵਧਾਉਣੀਆਂ ਪੈ ਰਹੀਆਂ। ਮੈਡਮ, ਪੁਰਾਣੀਆਂ ਸਰਕਾਰਾਂ ਵੇਲੇ ਅਸੀਂ ਖੁਸ਼ਹਾਲ ਸੀਗੇ। ਜੋ ਅੱਜ ਤੋਂ 5 ਸਾਲ ਪਹਿਲਾਂ ਪਿੱਛੇ ਕੰਮ ਸੀਗਾ, 7 ਸਾਲ ਪਹਿਲਾਂ ਕੰਮ ਸੀਗਾ, ਅੱਜ ਉਹ ਨਹੀਂਗਾ। ਅਤੇ ਅਸੀਂ ਉਸ ਸਰਕਾਰਾਂ ਨੂੰ ਵਧੀਆ ਕਹਾਂਗੇ, ਅਸੀਂ ਇਹਨੂੰ ਵਧੀਆ ਕਿੱਦਾਂ ਕਹਿ ਦਿਆਂਗੇ? ਸਾਡਾ ਕੰਮ ਅੱਜ ਦੀ ਰੇਟ 'ਚ ਘੱਟ ਹੈ, ਅਸੀਂ ਇਸ ਸਰਕਾਰ ਨੂੰ ਕਿੱਦਾਂ ਵਧੀਆ ਕਹਿ ਦਈਏ? ਅੱਜ ਤੋਂ 7 ਸਾਲ ਪਹਿਲਾਂ ਕੰਮ ਸੀਗਾ, ਲੋਕੀ ਖੁਸ਼ਹਾਲ ਵੀ ਸੀਗੇ। ਇਹਨਾਂ ਦੀਆਂ ਕਿਹੜੀਆਂ ਪਾਲਿਸੀਆਂ ਨਹੀਂ ਐਸੀਆਂ ਜਿਨ੍ਹਾਂ ਦੇ ਨਾਲ ਲੋਕੀ ਪਰੇਸ਼ਾਨ ਹੋਈ ਜਾ ਰਹੇ ਪਏ ਨੇ? ਸਰ, ਕੀ ਲੱਗਦਾ ਹੈ ਬੰਗਾਲ ਦੀਆਂ ਚੋਣਾਂ 'ਚ ਬੀਜੇਪੀ ਬਾਜ਼ੀ ਮਾਰੇਗੀ ਜਾਂ ਮਮਤਾ ਬੈਨਰਜੀ ਰਹੇਗੀ? ਦੇਖੋ, ਹੁਣ ਜੋ ਚਾਹੀਦਾ ਤਾਂ ਮਮਤਾ ਬੈਨਰਜੀ ਨੂੰ ਹੀ ਹੈ ਜੀ, ਕਿਉਂਕਿ ਬੀਜੇਪੀ ਤੋਂ ਸਭ ਅੱਕੇ ਪਏ ਨੇ ਜੋ ਹਾਲ ਹੈ। ਬਾਕੀ ਹਰ ਵਾਰੀ ਇਦਾਂ ਹੀ ਹੁੰਦਾ ਕਿ ਆਪਾਂ ਕਹਿੰਦੇ ਹੁੰਦੇ ਆ ਬੀਜੇਪੀ ਨੇ ਜਿੱਤਣਾ ਨਹੀਂ, ਪਰ ਰਿਜ਼ਲਟ ਜਦੋਂ ਆਉਂਦਾ ਉਹੀ ਹੁੰਦਾ ਬੀਜੇਪੀ ਜਿੱਤ ਗਈ ਜੀ। ਹੁਣ ਪਤਾ ਨਹੀਂ, ਉਹ ਤਾਂ ਵੋਟਾਂ ਤੋਂ ਬਾਅਦ, ਰਿਜ਼ਲਟਾਂ ਤੋਂ ਬਾਅਦ ਹੀ ਪਤਾ ਲੱਗੂਗਾ ਕੌਣ ਜਿੱਤੂਗਾ ਜੀ। ਸਭ ਅੱਕੇ ਪਏ ਨੇ, ਤੁਸੀਂ ਕਿੰਨਾ ਕੱਕੇ ਪਏ ਹੋ ਬੀਜੇਪੀ ਤੋਂ? ਨਹੀਂ ਹੈ ਜੀ, ਵਿਹਲੇ ਬੈਠੇ ਆ ਜੀ, ਨਾ ਕਿਸਾਨਾਂ ਦੀ ਗੱਲ ਮੰਨਦੇ ਨੇ, ਨਾ ਕਿਸੇ ਪਾਸੇ ਕੋਈ ਗੱਲ ਆਉਂਦੇ ਨੇ। ਹੁਣ ਮਹੀਨਾ ਹੋ ਗਿਆ ਕੋਈ ਗੱਲ ਹੀ ਨਹੀਂ ਚੱਲਦੀ ਪਈ। 26 ਜਨਵਰੀ ਤੋਂ ਬਾਅਦ ਉੱਥੇ ਹੀ ਖੜਾ ਜੀ ਸਭ ਕੁਝ।
ਕੋਈ ਮਹੀਨਾ 2 ਮਹੀਨੇ ਹੋ ਗਏ, ਹੁਣ ਤਾਂ 26 ਮਾਰਚ ਆ ਗਈ ਜੀ, ਕਿਸੇ ਪਾਸੇ ਕੋਈ ਗੱਲ ਲਾਉਂਦੇ ਹੀ ਨਹੀਂ ਪਏ, ਉਦਾਂ ਹੀ ਵਿੱਚ ਫਸਾਇਆ ਪਿਆ ਸਭ ਨੂੰ ਜੀ। ਤਾਂ ਹੀ ਅੱਕੇ ਪਏ ਆ ਸਾਰੇ ਜੀ। ਬਾਬੂ ਜੀ ਕੀ ਲੱਗਦਾ ਸਰਕਾਰ ਬੈਠੀ ਹੈ, ਜਿਹੜੇ ਕੰਮ ਕਰਨ ਵਾਲੇ ਦਿਹਾੜੀ ਵਾਲੇ ਬੰਦੇ ਵੀ ਬੇਰੁਜ਼ਗਾਰ ਹੋ ਗਏ ਹੈ, ਔਰ ਜਿਹੜੇ ਥੜੀ ਤੇ ਲਗਾਉਣ ਵਾਲੇ ਵੀ ਉਹ ਵੀ ਬੇਘਰ ਹੋ ਗਏ ਹੈਗੇ। ਮੋਦੀ ਸਰਕਾਰ ਖਾ ਗਿਆ ਦੇਸ਼ ਨੂੰ। ਬੰਗਾਲ ਵਿੱਚ ਚੋਣਾਂ ਨੇ, ਹੁਣ ਤੁਹਾਨੂੰ ਕੀ ਲੱਗਦਾ ਬੀਜੇਪੀ ਦੀ ਸਰਕਾਰ ਉਧਰ ਬਣੀ? नहीं आएगी बीजेपी की सरकार, बिल्कुल भी नहीं आएगी। अब घोटाला कर दे तो कर दे, बस हेरा फेरी करनी है इसने। ਪਹਿਲੇ ਵੀ ਤੁਹਾਨੂੰ ਲੱਗਦਾ ਹੇਰਾ ਫੇਰੀ ਕੀਤੀ ਹੈ? यूपी बिहार ਦੀ हेरा फेरी की है जब ये जित गया हैगा। नहीं कौन दिया, कोई किसी ने वोट नहीं दी बिहार ਦੇ ਵਿੱਚ। अब पता नहीं कितना जीत गया ये। ਤੁਸੀਂ ਆਪ ਸੋਚੋ, ਹਰ ਕੋਈ ਨੂੰ ਪੁੱਛੇ ਦਿੱਤੀ ਵੋਟ ਉਹਨੂੰ, ਮੋਦੀ ਨੂੰ ਕਹਿੰਦਾ नहीं दी है। जीते कैसे? हाँ, हेरा फेरी कर ली वोटों के अंदर उसने। हाँ, खुद ही बटन अपने आदमी भेज दिए, बटन दबाए गए, बस चलो हो गए, जीत गया। ये बटन की हेरा फेरी की है इसने। इतने सारे लोग दुखी है, परेशान है सरकार से, आपका क्या कारण है परेशानी का? कारण क्यों नहीं सरकार, जो महंगाई इतनी की हुई है, ये किसके कारण है? मोदी के कारण ही हुई है महंगाई। जो रोजगार वाले बंदे बेले बैठे हैं, हाँ, हर एक चीज़ का रेट महंगा हो गया, वो कहाँ से आएंगे? महंगाई हैगी ना। ਸਰ ਬੰਗਾਲ ਵਿੱਚ ਚੋਣਾਂ ਹੋਣ ਵਾਲੀ ਹੈ, ਕਿਸਾਨ ਆਗੂ ਵੀ ਉਧਰ ਪਹੁੰਚੇ ਹੋਏ ਆ, ਲੋਕਾਂ ਨੂੰ ਅਪੀਲ ਕਰ ਰਹੇ ਕਿ ਹੋਰ ਕਿਸੇ ਪਾਰਟੀ ਲਈ ਵੀ ਵੋਟ ਕਰੋ ਬਟ ਬੀਜੇਪੀ ਲਈ ਨਾ ਕਰੋ। ਤੁਹਾਨੂੰ ਕੀ ਲੱਗਦਾ ਕਿ ਉਧਰ ਕੌਣ ਜਿੱਤੇਗਾ? देखो जितना तो ममता बनर्जी नहीं चाहिए, लेकिन बीजेपी कितने ना कितने लगता है कि मोस्टली कि ये कोई ना कोई घपला जरूर करेगी, क्योंकि इन्हों के हालात ही इस तरह के, क्योंकि ये सीधे बैलेट पेपर के थ्रू अगर वोटिंग होंगी है तो वो पक्की शोट ही है कि बीजेपी नहीं जित सकती। ਇਹਨਾਂ ਨੇ ਈਵੀਐਮ ਮਸ਼ੀਨ ਦੇ ਥਰੂ ਜਿੱਤਣਾ, ਉਹ ਬੀਜੇਪੀ ਦੀ ਜਾਨ ਈਵੀਐਮ ਮਸ਼ੀਨ ਦੇ ਵਿੱਚ ਫਸੀ ਹੋਈ ਹੈ। ਜਿਹਦਾ ਤੋਤੇ ਦੇ ਵਿੱਚ ਜਾਨ ਫਸੀ ਹੁੰਦੀ ਨਾ, ਉਹਦੇ ਈਵੀਐਮ ਮਸ਼ੀਨ 'ਚ ਬੀਜੇਪੀ ਦੀ ਜਾਨ ਫਸੀ ਹੈ। ਇਸ ਕਰਕੇ ਲੱਗਦਾ ਨਹੀਂ ਹੈ ਕਿ ਬੀਜੇਪੀ ਜਿੱਤੇਗੀ, ਲੇਕਿਨ ਕੁਝ % ਵੋਟ ਜਿੱਤ ਸਕਦੀ ਹੈ। ਸਮਝ ਲਓ ਕਿ 30% 40% ਤੱਕ ਲੈ ਸਕਦੀ। ਮੋਸਟਲੀ 60 to 70% ਮਮਤਾ ਬੈਨਰਜੀ ਹੀ ਜਿੱਤੇਗੀ। ਉਹਦੇ ਵਿੱਚ ਛੋਟ ਹੀ ਹੈ ਕਿ ਮਮਤਾ ਬੈਨਰਜੀ ਨੂੰ ਜਿੱਤਣਾ ਚਾਹੀਦਾ ਹੈ। ਬੀਜੇਪੀ ਦੇ ਮੂੰਹ ਤੇ ਕਰਾਰਾ ਜਵਾਬ ਇਹਨੂੰ ਦੇਣਾ ਚਾਹੀਦਾ, ਔਰ ਇਹਦੇ ਥੱਪੜ ਵੀ ਵੱਜਣਾ ਚਾਹੀਦਾ ਕਿ ਜੋ ਇਹਨੂੰ ਸਮਝ ਲਓ ਕਿ ਇਹਨੇ ਪੂਰੇ ਹਿੰਦੁਸਤਾਨ ਦੇ ਵਿੱਚ ਹਾਲਾਤ ਕੀਤੇ ਹੋਏ ਨੇ ਬਿਜ਼ਨਸ ਦੇ, ਹਰ ਚੀਜ਼ ਵਿਕਦੀ ਪਈ ਹੈ। ਕੋਈ ਵੀ ਚੀਜ਼ ਇੰਡੀਆ ਦੀ, ਤਾਂ ਹੁਣ ਤਾਂ ਤੁਸੀਂ ਇਹ ਸਮਝ ਲਓ ਕਿ ਇੰਡੀਆ ਦੀ ਆਪਣੀ ਖੁਦ ਦੀ 에ਅਰਲਾਈਨਸ ਹੀ ਨਹੀਂ ਬਚੀ, ਤਾਂ ਹੋਰ ਕੀ ਹੋਏਗਾ? ਪੂਰੀ ਦੁਨੀਆ ਦੇ ਵਿੱਚ ਮੇਰੇ ਹਿਸਾਬ ਨਾਲ ਪਹਿਲਾ ਦੇਸ਼ ਹੋਏਗਾ ਜਿਹਦੀ ਆਪਣੀ 에ਅਰਲਾਈਨ, ਪਰਸਨਲ 에ਅਰਲਾਈਨਸ ਹੈ ਨਹੀਂ ਗੀ। ਅਤੇ ਲੇਕਿਨ ਮੋਦੀ ਦਾ ਹਾਰਨਾ ਚਾਹੀਦਾ ਸਾਡੇ ਮੁਤਾਬਿਕ, ਔਰ ਹਮੇਸ਼ਾ ਕਿਸਾਨ ਦੀ ਜਿੱਤ ਹੁੰਦੀ। ਕਿਸਾਨ ਵਾਕਈ ਅੰਨਦਾਤਾ ਹੈਗਾ, ਤਾਂ ਉਹਨਾਂ ਦੀ ਅਪੀਲ ਦਾ ਜ਼ਰੂਰ ਅਸਰ ਹੋਏਗਾ ਕਿ ਬੰਗਾਲ ਦੇ ਵਿੱਚ ਵੀ ਕੁਛ ਨਾ ਕੁਛ ਵੋਟ ਤੇ ਜੋ ਵੀ ਕਿਸਾਨ ਦੇ ਨਾਲ ਜੁੜੇ ਹੋਏ, ਅੰਦੋਲਨ ਦੇ ਨਾਲ ਜੁੜੇ ਹੋਏ ਨੇ, ਜਾਂ ਜੋ ਪੰਜਾਬੀ ਭਾਈਚਾਰਾ ਉੱਥੇ ਬੈਠਾ ਹੋਇਆ, ਉਹ ਜ਼ਰੂਰ ਮਮਤਾ ਬੈਨਰਜੀ ਦੀ ਸਪੋਰਟ ਕਰੇਗਾ। ਔਰ ਮੇਰੇ ਹਿਸਾਬ ਨਾਲ ਕਿ ਜਿੱਤਣਾ ਮਮਤਾ ਬੈਨਰਜੀ ਨੂੰ ਹੀ ਚਾਹੀਦਾ ਹੈ। ਬੰਗਾਲ ਦੀ ਚੋਣਾਂ ਵਿੱਚ ਕੌਣ ਬਾਜ਼ੀ ਮਾਰੇਗੀ, ਬੀਜੇਪੀ ਜਾਂ ਮਮਤਾ ਬੈਨਰਜੀ ਹੀ ਰਹੇਗੀ? ਵੈਸੇ ਮੇਰੇ ਹਿਸਾਬ ਨਾਲ ਤਾਂ ਬੀਜੇਪੀ ਰਹੂਗੀ। ਬੀਜੇਪੀ ਜਿੱਤੇਗੀ ਬੰਗਾਲ 'ਚ? ਹਾਂਜੀ। ਇਹ ਤੁਹਾਨੂੰ ਕਿਉਂ ਲੱਗਦਾ? ਜਿਸ ਹਿਸਾਬ ਨਾਲ ਕਹਿਣ ਦਾ ਮਤਲਬ ਕੰਮਕਾਰ ਹੈ ਨਹੀਂ ਜਾਂ ਕਿੱਦਾਂ ਹੈ, ਕੋਈ ਨਾ ਕੋਈ ਦੇਸ਼ ਸੁਧਾਰਨ ਵਾਸਤੇ ਕੋਈ ਨਾ ਕੋਈ ਆਉਣਾ ਚਾਹੀਦਾ ਹੈ। ਤਾਂ ਬੀਜੇਪੀ ਦੇਸ਼ ਸੁਧਾਰੇਗੀ? ਹੋ ਸਕਦਾ ਹੈ ਕਿ ਜਿਹੜੀ ਵੀ ਪਾਰਟੀ ਆਈ ਹੈ, ਵੈ ਮੈਨੂੰ ਤਾਂ ਕਈ ਚਾਹਨਾ ਹੈਗਾ ਵੀ ਬੀਜੇਪੀ ਦਾ ਬੰਦਾ। ਕੁਛ ਉਹਦੀਆਂ ਸਹੀ ਹੈਗੀਆਂ, ਸਹੂਲਤਾਂ ਸਹੀ ਹੈਗੀਆਂ ਨੇ। ਕਿਹੜੀਆਂ ਸਹੂਲਤਾਂ ਤੁਹਾਨੂੰ ਮਿਲ ਰਹੀਆਂ ਜੋ ਤੁਹਾਨੂੰ ਵਧੀਆ ਲੱਗਦੀਆਂ? ਵੀ ਇੱਥੇ ਨਹੀਂ ਕਹਿ ਰਿਹਾ ਮੈਂ, ਉੱਥੋਂ ਦੀ ਗੱਲ ਕਰ ਰਿਹਾ। ਇੱਥੇ ਤੇ ਕੁਝ ਵੀ ਨਹੀਂ ਹੈ। क्या लगता है बंगाल में इलेक्शंस होने वाली है, बीजेपी जीतेगी या ममता बनर्जी? नहीं, बीजेपी जीतेगी। मोदी ने कितना कुछ किया है, गरीबों के लिए किया। उसने क्या किया, वो तो क्या कहते हैं, राम का नाम भी नहीं लेने देती, तो बीजेपी ही जीतेगी। क्या दिया आपको बीजेपी सरकार ने, आप इतने खुश हो? तो हमें तो कुछ नहीं, लेकिन मन की खुशी होती है भी चलो गरीबों का तो कर ही रही है ना बीजेपी, हमारा तो नहीं कर रही, लेकिन बीजेपी गरीबों का तो बहुत कुछ किया है ना। जैसे गरीबों के बैंकों में पैसे डाले हैं, काम दिया, और सड़कें वगैरह अब बहुत कुछ हो रहा है, सड़कें वगैरह बन रही है, सब कुछ बन रहा है अब तो। गरीब तो कहते हैं हमें कुछ दे नहीं रहे, सब्सिडी भी बंद कर दी। कौन है गरीब लोगों से हमने बात कर? बैंकों में आ रहे हैं, उनके खातों में पैसे आ रहे हैं बैंकों में। हमारे एक रिलेटिव है, उनको भी आए हैं। बीजेपी जीत के तो आपको मन की खुशी होगी? हाँ, मन की खुशी होगी। मोदी आएगा तो मन की तो खुशी होगी। खुशी, हमें तो बहुत खुशी होगी मोदी आएगा तो। मोदी सरकार से बहुत खुश है। हाँ, बहुत खुश है। क्या दे दिया हाँ, सरकार? एक मोदी ऐसा है जो मतलब कि बेडर बेखौफ होकर बोलता है, नहीं तो बाकी तो नहीं है, सब एक दूसरे की चापलूसी करते हैं। जैसे वो है कांग्रेस के पीछे लगे हुए हैं,
जो कांग्रेस की चापलूसी करते हैं। हमें तो अभी मोदी अच्छा लगता है, हम तो मोदी को ही चाहेंगे कि वो ही आए। ऐसा क्या दिया मोदी ने आपको? हमें कुछ नहीं दिया, हमें कुछ नहीं, लेकिन मन की खुशी हमें मिली है कि मोदी सच्चा ईमानदार है, इंसान है, उसे ही सब लोग उसे ही अच्छा समझते हैं, वो ही आए हैं। हम तो सब यही कहते हैं कि मोदी आए। हाँ। तो अगर पंजाब में अब अगले साल इलेक्शंस है तो आप चाहे को बीजेपी? मोदी, हमने पिछले साल भी मोदी को ही डाला था जब हुए थे इलेक्शन, अब भी मोदी को ही डालेंगे हम तो। हाँ, आप पूरे मोदी भक्त हैं? हाँ, बीजेपी के हम तो मोदी को ही हमें मोदी बहुत अच्छा, ये नहीं कि हमें बीजेपी पसंद है, लेकिन हमें मोदी अच्छा लगता है, इसलिए हम बीजेपी चाहते हैं कि मोदी अच्छा इंसान है। अब बंगाल में इलेक्शंस आने वाली है, क्या लगता है बीजेपी की सरकार बनेगी या ममता बनर्जी? देखो बेटे, ये पलड़ा तो हरी ममता बनर्जी का ही है, लेकिन अब जोर तो सभी लगा रहे हैं, जिसके भाग्य में होगा वो ले जाएगा। तो आपको क्या लगता है कौन सही है? आपने सुना होगा, खैर आप अगर नहीं भी गए हैं तो अखबारों में या न्यूज़ में सुना होगा। देखो, जो मोदी जी जो दे रहे हैं लोगों को, मैं सहूलियत दे रहे हैं, जैसे कई चीज़ें हैं आम मिल रही हैं, यूपी में उज्ज्वला है, किसान सम्मान योजना है, और कई चीज़ें दे रहे हैं, तो वहाँ नहीं लागू है वह सब चीज़ें। तो आम जो पब्लिक गरीब आदमी, उनको रोटी चाहिए, उनको भूख है, तो इसलिए उनका झुकाव तो मोदी की तरफ ज़्यादा है, लगता है ऐसे ही है। अब आगे भगवान जाने क्या होता है क्या नहीं। आप खुश हैं बीजेपी की सरकार से? देखो, पता क्यों, बीजेपी काम कर रही है, सारी इंडिया में काम कर रही है बीजेपी। अब 70 क्या सहूलतें दी आपने? सहूलतें बस यही सब कुछ हम लोगों को भी दिया है, जैसे जैसे किसान सम्मान योजना दिया है, उज्ज्वला। बट किसान तो दिल्ली के बॉर्डर पे बैठे, उनका तो समाधान ही नहीं। किसान तो ऑल इंडिया में बैठे हैं, अभी कुछ लोग बैठे हैं, उनसे क्या, कुछ लोग बैठे हैं, लेकिन बाकी तो हिंदुस्तान 27 स्टेट हैं, वो तो खुश ही है। सारे स्टेट्स के वो बैठे हैं, राजस्थान के भी किसान, नहीं, वो तो कहने की बात है, बिहार के भी बैठे हैं। बहुत कम बैठे हुए हैं, लेकिन अब वहाँ आप जाके देख के आए हैं? देख के तो नहीं है, सुना ही है, हम लोग तो देखे तो नहीं, सुना ही है, लेकिन आम तो 80% जनता गरीब है, कि गरीब आदमी थोड़ी वहाँ कोई जाता है, जिसके पास गुंजाइश है वही। गरीबों से तो हमने बात करी है, गरीब तो खुद कह रहे हैं कि हमें तो सब्सिडी तक नहीं मिल रही, 20 रुपए सिलेंडर की सब्सिडी दे रहे हैं, उससे घर कैसे अब चलेगा? तो अब ये थोड़ा सा काम खराब हुआ है। तो अगर काम इतना खराब होगा फिर बंगाल में आना चाहिए बीजेपी? देखो, अब ये तो उनकी भाग्य है, उनकी मेहनत है, उनकी देन है, अब क्या जाने, वो कहा कुछ नहीं जा सकता। लगता है थानू ईवीएम ਦੇ थ्रू वोटिंग हो रही है, सही है कि गलत है? ਮੈਡਮ, ਇਹ ਜ਼ਰੂਰ ਹੈ, ਚਲੋ ਜ਼ਮਾਨਾ ਅਪਡੇਟ ਹੋ ਜਾਂਦਾ ਹੈ, ਅਪਡੇਸ਼ਨਸ ਆਉਂਦੀਆਂ ਨੇ, ਗਵਰਨਮੈਂਟ ਨੇ ਈਜ਼ੀ ਵੇ ਲੱਭਿਆ ਹੋਇਆ ਹੈ ਵੋਟਿੰਗ ਕਰਨ ਦਾ, ਕਿ ਚਲੋ ਇਲੈਕਟ੍ਰੋਨਿਕ ਮਸ਼ੀਨ ਦੇ ਥਰੂ ਤੁਸੀਂ ਵੋਟਿੰਗ ਕਰੋ। ਬਟ ਉਹ ਕਿਸੇ ਹੱਦ ਤੱਕ ਮੇਰਾ ਇਹ ਐਕਸਪੀਰੀਅੰਸ ਆ, ਅਸੀਂ ਜਿਵੇਂ ਕਾਫੀ ਨਿਊਜ਼ਸ ਦੇਖਦੇ ਆ, ਕਾਫੀ ਕੁਝ ਆਉਂਦਾ ਹੈ ਕਿ ਇਹਦੇ 'ਚ ਕਪਲੇਬਾਜ਼ੀ ਹੁੰਦੀ ਹੈ, ਉਹ ਕਿਸੇ ਨਾ ਕਿਸੇ ਹੱਦ ਤੱਕ ਸਹੀ ਹੈ। ਉਹਦੇ ਵਿੱਚ ਜਦੋਂ ਗਵਰਨਮੈਂਟ ਦਾ ਮਤਲਬ ਆਪਣਾ ਜ਼ੋਰ ਹੁੰਦਾ ਵਾ, ਆਪਣੇ ਉਹਨਾਂ ਦੇ EMPLOYEES ਹੁੰਦੇ ਆ, ਉਹ ਕੁਝ ਵੀ ਕਰ ਸਕਦੇ, ਉਹਦੇ ਵਿੱਚ ਕਪਲੇਬਾਜ਼ੀ ਹੁੰਦੀ ਹੈ, 101% ਸ਼ੋਰਟੀ ਉਹਦੇ ਵਿੱਚ। ਤੇ ਇਸ ਕਰਕੇ ਮੈਂ ਚਾਹੁੰਦਾ ਕਿ ਗਵਰਨਮੈਂਟ ਨੂੰ ਕੋਈ ਨਾ ਕੋਈ ਨਵਾਂ ਤਰੀਕਾ ਜਾਂ ਨਵੇਂ ਤਰੀਕੇ ਨਾਲ, ਜਿੱਦਾਂ ਪਹਿਲਾਂ ਬੈਲਟ ਪੇਪਰ ਦੇ ਨਾਲ VOTING ਹੁੰਦੀ ਸੀ, ਜਾਂ ਕੋਈ ਹੋਰ ਨਵੀਂ ਤਕਨੀਕ ਲੈ ਕੇ ਆਉਣੀ ਚਾਹੀਦੀ ਹੈ, ਜਿਹਦੇ ਵਿੱਚ ਕਪਲਾਬਾਜ਼ੀ ਨਾ ਹੋਵੇ, ਕਿ ਲੋਕਾਂ ਨੂੰ ਲੋਕਾਂ ਦੇ ਹੱਕ ਮਿਲ ਸਕਣ। ਤੁਹਾਨੂੰ ਕੀ ਲੱਗਦਾ ਹੈ ਬੰਗਾਲ ਦੀਆਂ ਚੋਣਾਂ ਦੇ ਵਿੱਚ ਬੀਜੇਪੀ ਬਾਜ਼ੀ ਮਾਰੇਗੀ ਜਾਂ ਮਮਤਾ ਬੈਨਰਜੀ ਆਏਗੀ? ਮੈਮ 101% ਚਾਂਸ ਤਾਂ ਦੀਦੀ ਦਾ ਹੀ ਹੈ। ਅਸੀਂ ਪੰਜਾਬ 'ਚ ਰਹਿ ਕੇ ਮੈਂ ਤੁਹਾਨੂੰ ਦੀਦੀ ਕਹਿ ਰਿਹਾ, ਕਿਉਂਕਿ ਮੀਡੀਆ 'ਚ ਅਸੀਂ ਦੇਖਦੇ ਹੀ ਹੈਗਾ, ਜਿਹੜਾ ਗੋਦੀ ਮੀਡੀਆ ਉਹ ਕੂਟ ਪ੍ਰਚਾਰ ਕਰ ਰਿਹਾ, ਟੋਟਲੀ ਇੱਕ ਸਾਈਡ ਦਿਖਾ ਰਿਹਾ ਵਾ, ਕਿਉਂਕਿ ਉਹ ਸਾਰਾ ਵਿਕਾਊ ਹੋ ਚੁੱਕਾ ਟੋਟਲ। ਇਸ ਕਰਕੇ ਉੱਥੇ ਦੇ ਲੋਕ ਜਿਹੜੇ ਆ ਜਾਗਰੂਕ ਨੇ, ਤੇ ਉਹ ਸਹੀ ਚੋਇਸ ਕਰਨਗੇ, ਦੀਦੀ ਦੇ ਚਾਂਸ ਨੇ ਜ਼ਿਆਦਾ। ਤਾਂ ਬੀਜੇਪੀ ਕਿਉਂ ਨਹੀਂ? ਬੀਜੇਪੀ ਤੁਸੀਂ ਸਾਰੇ ਜਾਣਦੇ ਹੀ ਹੋ ਜੀ, ਨੋਟਬੰਦੀ ਤੋਂ ਲੈ ਕੇ ਹੁਣ ਤੱਕ ਕਿਹੜਾ ਚਾਹੀਦਾ ਕੰਮ ਕੀਤਾ ਜੀ, ਗਰੀਬ ਮਾਰ ਕੀਤੀ ਹੈ, ਗਰੀਬੀ ਮਿਟਾਤੀ ਹੈਗੀ ਹੈ, ਗਰੀਬੀ ਨਹੀਂ ਮਿਟਾ ਰਿਹਾ, ਗਰੀਬ ਮਿਟਾ ਰਿਹਾ ਜੀ ਇਸ ਟਾਈਮ। ਚਾਹੇ ਉਹ ਸੈਂਟਰ ਦੀ ਗਵਰਨਮੈਂਟ ਹੈ, ਚਾਹੇ ਸਟੇਟ ਦੀ ਗਵਰਨਮੈਂਟ ਹੈਗੀ ਆ, ਇਸ ਟਾਈਮ ਦੋਨੇ ਰਲ ਕੇ ਗਰੀਬ ਨੂੰ ਮਾਰ ਰਹੇ ਨੇ ਇਸ ਟਾਈਮ। ਇੰਨੀਆਂ ਘਟੀਆਂ ਨੀਤੀਆਂ, ਅੱਜ ਤੱਕ 70 ਸਾਲ ਦਾ ਕਹਿੰਦਾ ਇਤਿਹਾਸ ਦੇਖ ਲਓ, ਮੋਦੀ ਕਹਿ ਰਿਹਾ, ਪਰ 70 ਸਾਲ ਦਾ ਇਤਿਹਾਸ ਤਾਂ ਬਸ ਉਹਨੇ ਜੋ ਕਾਂਗਰਸ ਨੇ ਕੀਤਾ ਪਹਿਲਾਂ ਕੀਤਾ, ਹੁਣ ਕੁਝ ਨਹੀਂ ਕੀਤਾ ਇਹਨੇ 70 ਸਾਲ, ਬੇੜਾ ਗਰਕ ਹੀ ਕੀਤਾ ਵਾ 6 ਸਾਲਾਂ 'ਚ। ਤੁਹਾਨੂੰ ਕੋਈ ਸਹੂਲਤਾਂ ਦੇ ਰਹੀ ਹੈ ਸਰਕਾਰ? ਮੈਡਮ, ਆ ਕਾਰਪੋਰੇਟ ਸੈੱਲ ਕਰ ਰਹੀ ਹਾਂ ਅਸੀਂ, ਇਹ ਵੀ ਸਾਡਾ ਖੂਨ ਚੂਸ ਰਹੇ ਹੈਗੇ ਨੇ। ਇਹ ਕਾਰਪੋਰੇਟ ਸੈੱਲ ਦੀਆਂ ਇਹਨੇ ਮਰਜ਼ੀ ਨਾਲ, ਜਦੋਂ ਸਟਾਰਟਿੰਗ ਕੀਤਾ 60 ਰੁਪਏ ਗੇੜਾ ਹੁੰਦਾ ਸੀਗਾ, ਤੇ ਹੁਣ ਮਰਜ਼ੀ ਨਾਲ 15 ਰੁਪਏ ਗੇੜੇ ਤੇ ਆ ਗਈ। ਅੱਜ ਦੇ ਪੈਟਰੋਲ ਦੇਖ ਲਓ 100 ਰੁਪਏ, ਕੋਈ ਇਹਨਾਂ ਨੇ ਸਾਡੇ ਲਈ ਵੈਲਫੇਅਰ ਨਹੀਂ ਕੀਤਾ ਕਿ ਪੈਟਰੋਲ ਦਾ ਰੇਟ ਵਧਾ ਦਈਏ ਜਾਂ ਘਟਾ ਦਈਏ, ਕੋਈ ਸਕੀਮ ਨਹੀਂ ਹੈਗੀ। ਇੰਸੀਡੈਂਟ ਹੋ ਜਾਵੇ, ਕੋਈ ਕ੍ਰਿਮੀਨਲ ਸਾਡੇ ਤੇ ਹੋ ਜਾਵੇ, ਕੋਈ ਲੁੱਟ ਖੋਹ ਹੋ ਜਾਵੇ, ਕੋਈ ਸਾਡਾ ਮਤਲਬ ਬੈਕਅਪ ਸੁਣਵਾਈ ਨਹੀਂ ਹੈਗੀ। ਆਪਣੇ ਸਿਕਿਉਰਿਟੀ ਨਹੀਂ, ਆਪਣੇ ਕੰਮ ਤੇ ਰਿਸਕ ਕਰ ਰਹੇ ਆ, ਰਿਸਕ ਤੇ ਕੰਮ ਕਰ ਰਹੇ ਆ। ਤੇ ਅਸੀਂ ਗੱਲ ਕੀਤੀ ਲੋਕਾਂ ਦੇ ਨਾਲ, ਤੇ ਜਾਣਿਆ ਕਿ ਉਹਨਾਂ ਦਾ ਕੀ ਵਿਚਾਰ ਹੈ ਕਿ ਹੁਣ ਬੰਗਾਲ ਦੀਆਂ ਚੋਣਾਂ ਵਿੱਚ ਬੀਜੇਪੀ ਬਾਜ਼ੀ ਮਾਰੇਗੀ ਜਾਂ ਮਮਤਾ ਬੈਨਰਜੀ। ਤੇ ਤੁਸੀਂ ਸਾਰਿਆਂ ਦੇ ਖਿਆਲਾਤ ਵੀ ਸੁਣੇ। ਕੈਮਰਾਮੈਨ ਵਿਪਨ ਅਰੋੜਾ ਦੇ ਨਾਲ ਜਸਨੂਰ